ਦੇ ਲਈ ਜਿਹੜੀ ਪਬਲਿਕ ਹੈ ਉਹ ਸੰਤੁਸ਼ਟ ਹੈਗੀ ਹੈ ਜੀ ਉਸ ਚੀਜ਼ ਤੋਂ। ਕਰਨ ਵਾਲੀ ਕਈ ਤਰ੍ਹਾਂ ਦੀਆਂ ਹੋਰ ਸਹੂਲਤਾਂ ਹੱਦ ਤੱਕ ਕੰਮ ਕਰ ਕਰਕੇ ਆਪਣੇ ਆਪ ਨੂੰ ਇੰਨਾ ਕहीं ਪ੍ਰੋਫੈਸ਼ਨਲ ਕਰ ਲਿਆ ਕਿ ਅਸੀਂ ਥੋੜ੍ਹੇ ਕੀਤਿਆਂ ਕਿਸੇ ਮਰੀਜ਼ ਨੂੰ ਅਜੇ ਵੀ ਇਸ ਕੰਮ ਵਾਸਤੇ ਤਾਈਆਂ ਵੱਲ ਜਾਂ ਕਮੀਆਂ ਵੱਲ ਤਾਂ ਸਾਰੇ ਦੇਖਦੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਵੀ ਜੇ ਕਮੀਆਂ ਤਾਂ ਹਰ ਇੱਕ ਇਨਸਾਨ ਦੇ ਵਿੱਚ ਪਰਸਨਲ ਵੀ ਹੋ ਸਕਦੇ ਨੇ, ਪਰ ਅਸੀਂ ਇਹ ਜੋ ਵੀ ਇੱਕ ਤੁਹਾਡੇ ਹਸਪੀਟਲ ਦਾ ਆਬਜ਼ਰਵੇਸ਼ਨ ਕੀਤੀ ਹੈ ਜਾਂ ਇਹਦਾ ਨਿਰੀਖਣ ਕੀਤਾ ਹੈ, ਮਤਲਬ ਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਕਿ ਇੱਥੇ ਹਸਪੀਟਲ ਦੇ ਵਿੱਚ ਲਾਗੇ ਛਾਗੇ ਅਸੀਂ ਕਹਿ ਸਕਦੇ ਹਾਂ ਵੀ ਤੁਹਾਡੇ ਅਨੁਸਾਰ ਕਿੰਨੇ ਕੁ ਪਿੰਡ ਤੁਹਾਡੇ ਹਸਪੀਟਲ ਤੋਂ ਇੱਕ ਫਾਇਦਾ ਲੈ ਰਹੇ ਨੇ? ਉਹਨਾਂ ਦੇ ਲਈ ਜਿਹੜੀ ਪਬਲਿਕ ਹੈ ਉਹ ਸੰਤੁਸ਼ਟ ਹੈਗੀ ਹੈ ਜੀ। ਤੌਰ ਤੇ ਦੱਸਣਾ ਚਾਹੂੰਗਾ ਕਿ ਜਦੋਂ ਤੋਂ ਮੈਂ ਇੱਥੇ ਆਇਆ ਸਮਾਂ ਜੁਆਇਨ ਕੀਤਾ ਇੱਥੇ ਮੇਰੀ ਆਦਤ ਸ਼ੁਰੂ ਤੋਂ ਹੀ ਰਹੀ ਹੈ ਕਿ ਸਵੇਰੇ ਟਾਈਮ ਜਦੋਂ ਆਪ ਤੁਸੀਂ ਦਫ਼ਤਰ ਬੈਠ ਪਾਏ ਤੇ ਥੱਲੇ ਵਾਲੇ ਮੁਲਾਜ਼ਮਾਂ ਨੂੰ ਲਾਈਨ ਤੇ ਕੰਮ ਕਰਨਾ ਸੀ। ਪਿੱਛੇ ਹੁਣ ਕਰੋਨਾ ਦਾ ਪੂਰਾ ਜ਼ੋਰ ਚੱਲ ਰਿਹਾ ਸੀ, ਜਿਹਦੇ ਕਰਕੇ ਬਹੁਤ ਸਾਰੇ ਸਿਹਤ ਕੇਂਦਰਾਂ ਦੇ ਕਰਨ ਵਾਲੀ ਕਈ ਤਰ੍ਹਾਂ ਦੀਆਂ ਹੋਰ ਸਹੂਲਤਾਂ ਜਿਹੜੇ ਕਿ ਆਮ ਮਰੀਜ਼ਾਂ ਨੂੰ ਮਿਲ ਸਕਦੀਆਂ ਸੀ ਪਰ ਏਕੇਐਸਵੀ ਨਿਊਜ਼ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਅਤੇ ਜਿਹੜੀ ਆਮ ਜਨਤਾ ਦੀ ਜੋ ਇੱਕ ਮੰਗ ਰਹੀ ਹੈ ਵੀ ਪੰਜਾਬ ਵਿੱਚ ਚੰਗੀਆਂ ਸਿਹਤ ਸੁਵਿਧਾਵਾਂ ਅਤੇ ਐਜੂਕੇਸ਼ਨ, ਇਹ ਦੋ ਇੱਕ ਅਜਿਹੇ ਮੁੱਦੇ ਨੇ ਜਿਹੜੇ ਕਿ ਅਸੀਂ ਸਮਝਦੇ ਹਾਂ ਵੀ ਜੇਕਰ ਇਹ ਦੋ ਚੀਜ਼ਾਂ ਆਮ ਵਿਅਕਤੀ ਨੂੰ ਪ੍ਰੋਪਰਲੀ ਜੇ ਮਿਲਦੀਆਂ ਨੇ ਤਾਂ ਕਈ ਹੋਰ ਜਿਹੜੀਆਂ ਸੁਵਿਧਾਵਾਂ ਨੇ ਜੋ ਘੱਟ ਵੀ ਮਿਲਣ ਤਾਂ ਇਹਨਾਂ ਸੁਵਿਧਾਵਾਂ ਦੇ ਨਾਲ ਆਮ ਜਨਤਾ ਜਿਹੜੀ ਖੱਜਲ ਖੁਆਰ ਹੁੰਦੀ ਹੈ ਜਾਂ ਪਰੇਸ਼ਾਨ ਹੁੰਦੀ ਹੈ ਜਾਂ ਆਮ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਾਫੀ ਹੱਦ ਤੱਕ ਉਹ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਕਿ ਅਸੀਂ ਦੱਸ ਸਕਦੇ ਹਾਂ ਵੀ ਪਿਛਲੇ ਸਮੇਂ 'ਚ ਕਾਂਗਰਸ ਸਰਕਾਰ ਨੇ ਦਾਅਵੇ ਕੀਤੇ ਸੀ ਕਿ ਵੀ ਸਿਹਤ ਵਿਭਾਗ ਦੇ ਜੋ ਵੀ ਇਹਨਾਂ ਦੇ ਪਿੰਡਾਂ ਵਿੱਚ ਸਥਿਤ ਜਿਹੜੇ ਹਸਪੀਟਲਸ ਨੇ ਉਹਨਾਂ ਦਾ ਇੱਕ ਨਵੀਨੀਕਰਨ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਜੇ ਅਸੀਂ ਉੱਥੇ ਮਸ਼ੀਨਰੀ ਦੀ ਗੱਲ ਕਰੀਏ, ਡਾਕਟਰਾਂ ਦੀ ਗੱਲ ਕਰੀਏ ਜਾਂ ਸਟਾਫ ਦੀ ਗੱਲ ਕਰੀਏ, ਉਹ ਵੀ ਕਾਫੀ ਹੱਦ ਤੱਕ ਸਰਕਾਰਾਂ ਦਾ ਇੱਕ ਦਾਅਵਾ ਸੀਗਾ ਵੀ ਉਹਨਾਂ ਦੀ ਪ੍ਰੋਬਲਮਸ ਜਿਹੜੀ ਨੇ ਜਾਂ ਜੋ ਜਨਤਾ ਨੂੰ ਕਮੀ ਪੇਸ਼ੀਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੋ ਹਸਪੀਟਲਸ ਦੀਆਂ ਇੱਕ ਜ਼ਰੂਰਤਾਂ ਸੀਗੀਆਂ ਉਹਨਾਂ ਨੂੰ ਪੂਰੀਆਂ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕਿ ਅਸੀਂ ਅੱਜ ਇਸ ਸਾਰੇ ਆਪਣੇ ਸਰਵੇਖਣ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਮਾਨਾਂਵਾਲਾ ਸਰਕਾਰੀ ਹਸਪੀਟਲ ਵਿਖੇ ਅਤੇ ਇੱਥੋਂ ਦੇ ਐਸਐਮਓ ਸਾਹਿਬ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅਤੇ ਇਹਨਾਂ ਤੋਂ ਅਸੀਂ ਇਹ ਜਾਣਾਂਗੇ ਵੀ ਇਸ ਹਸਪੀਟਲ ਦੇ ਵਿੱਚ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕਿਹੜੀਆਂ ਸੁਵਿਧਾਵਾਂ ਜਿਹੜੀਆਂ ਨੇ ਉਹ ਆਮ ਪਬਲਿਕ ਲਈ ਅਵੇਲੇਬਲ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਹ ਆਪਣੇ ਪੱਧਰ ਤੇ ਇੱਕ ਜਾਤੀ ਪੱਧਰ ਤੇ ਇਹਦੇ 'ਚ ਸੁਧਾਰ ਜਿਹੜੇ ਨੇ ਉਹ ਕਰ ਸਕਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਐਸਾ ਜਿਸ ਤਰ੍ਹਾਂ ਕਿ ਮੈਂ ਦੱਸ ਚੁੱਕਾ ਹਾਂ ਵੀ ਜੋ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਸਿਹਤ ਕੇਂਦਰ ਬਣੇ ਨੇ ਜਾਂ ਹਸਪੀਟਲਸ ਬਣੇ ਨੇ ਉਹਨਾਂ ਦਾ ਨਵੀਨੀਕਰਨ ਕਰਨ ਦੇ ਦਾਅਵੇ ਕੀਤੇ ਗਏ ਨੇ। ਤੁਸੀਂ ਇੱਕ ਅਜਿਹੇ ਹਸਪੀਟਲ ਵਿੱਚ ਬੈਠੇ ਹੋ ਵੀ ਜਿਹੜਾ ਇੱਕ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਵੀ ਹੈ ਤੇ ਨਾਲ ਦੀ ਨਾਲ ਕਾਫੀ ਇਹੋ ਜਿਹੇ ਮਤਲਬ ਇਹਦੇ ਵਿੱਚ ਹੋ ਸਕਦਾ ਵੀ ਦੋ ਇੱਕ ਐਮਐਲਏ ਹਲਕੇ ਵੀ ਇਹਦੇ ਨਾਲ ਜੁਆਇੰਟ ਹੁੰਦੇ ਨੇ ਜੀ ਇੱਥੇ ਆ ਕੇ। ਤੇ ਤੁਸੀਂ ਦੱਸਣਾ ਚਾਹੋਗੇ ਵੀ ਸਭ ਤੋਂ ਪਹਿਲਾਂ ਪੁੱਛਾਂਗੇ ਵੀ ਤੁਸੀਂ ਮਤਲਬ ਬਤੌਰ ਇੱਥੇ ਮਤਲਬ ਕਿ ਕਿੰਨੇ ਚਿਰ ਤੋਂ ਇੱਥੇ ਤਾਇਨਾਤ ਹੋ ਸਰ? ਮੈਂ ਪਿਛਲੇ 1 ਸਾਲ ਤੋਂ ਇੱਥੇ ਬਤੌਰ ਸੀਨੀਅਰ ਮੈਡੀਕਲ ਅਫਸਰ ਤੈਨਾਤ ਹਾਂ ਤੇ ਜੇ ਨਵੀਨੀਕਰਨ ਦੀ ਗੱਲ ਕਰੀਏ ਸਰਕਾਰ ਵੱਲੋਂ ਟਾਈਮ ਟੂ ਟਾਈਮ ਲਗਾ ਕੇ ਕਈ ਨਵੇਂ ਸੈਂਟਰ ਜਿਸ ਤਰ੍ਹਾਂ ਕੈਂਸਰ ਸੈਂਟਰ ਨਵੀਂ ਆਪਣੀ ਬਿਲਡਿੰਗ ਸਟਾਰਟ ਕੀਤੀ ਗਈ ਸੀ। ਸਾਰਾ ਕੁਝ ਕਰਾ ਕੇ ਵੀ ਸਾਰਾ ਕੁਝ ਦੇਖਣ ਦੇ ਬਾਵਜੂਦ ਵੀ ਕੁਝ ਦਿੱਕਤਾਂ ਚੱਲਦੀਆਂ ਰਹੀਆਂ ਨੇ ਕਿ ਜਿਨ੍ਹਾਂ ਦੇ ਕਿ ਹੱਲ ਪ੍ਰੋਪਰਲੀ ਹੁਣ ਵੀ ਨਹੀਂ ਹੋ ਸਕਿਆ। ਉਹਦਾ ਮੁੱਖ ਕਾਰਨ ਸੀ ਕਿ ਕਰੋਨਾ ਆ ਜਾਣ ਕਰਕੇ ਪਿਛਲੀ ਸਿਹਤ ਸੁਵਿਧਾਵਾਂ 'ਚ ਕੁਛ ਹੋਣ ਕਰਕੇ ਆ ਗਈ ਕਿ ਉਸ ਵੇਲੇ ਜਿਹੜੇ ਸਿਹਤ ਸੁਵਿਧਾਵਾਂ ਦਾ ਉਹਨਾਂ ਨੇ ਕੇਂਦਰੀਕਰਨ ਕਰਕੇ ਉਹਨੂੰ ਡਿਸਟ੍ਰਿਕਟ ਹੈੱਡਕੁਆਟਰ 'ਤੇ ਲਿਜਾ ਦਿੱਤਾ ਗਿਆ ਤੇ ਜਿਹੜੇ L2 ਸੈਂਟਰ ਬਣਾ ਦਿੱਤੇ ਗਏ ਜਿਸ ਤਰ੍ਹਾਂ ਕਿ ਮਾਨਾਂਵਾਲੇ ਨੂੰ ਇੱਕ L2 ਸੈਂਟਰ ਬਣਾ ਦਿੱਤਾ ਜਿਹਦੇ ਕਰਕੇ ਪਿਛਲੇ ਟਾਈਮ ਦੇ ਵਿੱਚ ਇੱਥੇ ਬਹੁਤ ਦੇਰ ਤੱਕ ਕੋਈ
ਗਰਭ ਦੇ ਜਿਹੜੇ ਕੇਸ ਹੈਗੇ ਜਾਂ ਜੱਚਾ ਬੱਚਾ ਦੇ ਕੇਸ ਹੈ ਉਹ ਵੀ ਨਹੀਂ ਹੋਏ ਔਰ ਸਰਜਰੀਆਂ ਵੀ ਘੱਟ ਹੋਈਆਂ। ਇਸ ਤਰ੍ਹਾਂ ਸਾਡੀਆਂ ਕੁਝ ਮਸ਼ੀਨਾਂ ਦੇ ਵਿੱਚ ਹੀ ਖਰਾਬੀ ਆਈ, ਜਿਹਦੇ ਵਿੱਚ ਕਿ ਅਸੀਂ ਸੰਭਾਲ ਦੇ ਕਰਕੇ ਸਿਹਤ ਸੁਵਿਧਾਵਾਂ ਵਾਸਤੇ ਲਿਖਿਆ ਵੀ ਸਾਨੂੰ ਉੱਚ ਅਧਿਕਾਰੀਆਂ ਨੂੰ ਲਿਖਿਆ, ਜਿਹ 'ਚ ਕਿ ਕਰੋਨਾ ਦੇ ਚੱਲਦੇ ਹੋਏ ਜਾਂ ਉਹਦੇ ਕਰਕੇ ਸਾਨੂੰ ਉਹ ਸਹੂਲਤ ਮਿਲ ਵੀ ਨਹੀਂ ਸਕੀ। ਹਾਂ, L2 ਸੈਂਟਰ ਦੇ ਵਿੱਚ ਉਹਨਾਂ ਨੇ ਕਾਫੀ ਕੁਛ ਨਵੀਨੀਕਰਨ ਕਰਕੇ ਗੈਸ ਦੀ ਪਾਈਪਲਾਈਨ ਜਾਂ ਹੋਰ ਸੈਂਟਰਾਂ ਨੂੰ ਤਿਆਰ ਕੀਤਾ ਹੈ ਤੇ ਤਾਂ ਕਿ ਜੇ ਕੋਈ ਕਰੋਨਾ ਦੇ ਮਰੀਜ਼ ਇੱਥੇ ਦਾਖਲ ਹੁੰਦੇ ਨੇ ਉਹਨਾਂ ਵਾਸਤੇ ਸੁੱਖ ਸੁਵਿਧਾਵਾਂ ਜਾਂ ਬਣਾਈਆਂ ਜਾ ਸਕਣ। ਉਹਦੇ ਵਿੱਚ ਮੁਸ਼ਕਲ ਸਾਨੂੰ ਆ ਗਈ ਹੈ ਕਿ ਜਿਹੜਾ ਉਹਦੇ ਵਾਸਤੇ ਸਿਹਤ ਅਮਲਾ ਚਾਹੀਦਾ ਹੈ ਉਹ ਸਿਹਤ ਅਮਲਾ ਸਾਡੇ ਕੋਲ ਨਹੀਂ ਹੋ ਸਕਿਆ, ਕਿ ਜਿਵੇਂ ਉੱਥੇ ਇੱਕ ਬੇਹੋਸ਼ੀ ਦੇ ਡਾਕਟਰ ਚਾਹੀਦੇ ਨੇ, ਮੈਡੀਸਨ ਦੇ ਨਾਲ ਡਾਕਟਰ ਚਾਹੀਦੇ ਨੇ, ਉਹਨਾਂ ਦੀ ਦੇਖ ਰੇਖ ਕਰਨ ਵਾਸਤੇ ਹੋਰ ਡਾਕਟਰ ਸਟਾਫ ਨਰਸ ਕਲਾਸ 4 ਤੇ ਸਵੀਪਰ ਚਾਹੀਦੇ ਨੇ, ਉਹ ਫਿਰ ਵੀ ਹਾਲੇ ਤੱਕ ਸਰਕਾਰ ਇੰਤਜ਼ਾਮ ਨਹੀਂ ਕਰ ਪਾਈ। ਤੇ ਸਰ ਮੈਂ ਮੇਰੇ ਕੋ ਦੱਸਣਾ ਚਾਹਾਂਗਾ ਵੀ ਕਈ ਵਾਰੀ ਨਾ ਅਸੀਂ ਇਹ ਸੋਚਦੇ ਹਾਂ ਵੀ ਊਣਤਾਈਆਂ ਵੱਲ ਜਾਂ ਕਮੀਆਂ ਵੱਲ ਤਾਂ ਸਾਰੇ ਦੇਖਦੇ ਨੇ ਵੀ ਆਹ ਕਿਸੇ ਚੀਜ਼ 'ਚ ਕਮੀ ਹੈ, ਪਰ ਅਸੀਂ ਵੀ ਇੱਕ ਚਾਹੁੰਦੇ ਹਾਂ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਵੀ ਜੇ ਕਮੀਆਂ ਤਾਂ ਹਰ ਇੱਕ ਇਨਸਾਨ ਦੇ ਵਿੱਚ ਪਰਸਨਲ ਵੀ ਹੋ ਸਕਦੀਆਂ ਨੇ, ਇਹ ਸਰਕਾਰ ਦੇ ਅਦਾਰੇ ਨੇ, ਪਰ ਅਸੀਂ ਇਹ ਜੋ ਵੀ ਇੱਕ ਤੁਹਾਡੇ ਹਸਪੀਟਲ ਦਾ ਆਬਜ਼ਰਵੇਸ਼ਨ ਕੀਤੀ ਹੈ ਜਾਂ ਇਹਦਾ ਨਿਰੀਖਣ ਕੀਤਾ ਹੈ, ਮਤਲਬ ਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਕਿ ਇੱਥੇ ਹਸਪੀਟਲਸ ਦੇ ਵਿੱਚ ਜਿਵੇਂ ਲਾਗੇ ਛਾਗੇ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਤੁਹਾਡੇ ਅਨੁਸਾਰ ਕਿੰਨੇ ਕੁ ਪਿੰਡ ਤੁਹਾਡੇ ਹਸਪੀਟਲ ਤੋਂ ਇੱਕ ਫਾਇਦਾ ਲੈ ਰਹੇ ਨੇ, ਤੇ ਨਾਲ ਦੀ ਨਾਲ ਕਮੀਆਂ ਨੂੰ ਦੂਰ ਕਰਦੇ ਹੋਏ ਜੋ ਅਸੀਂ ਮਹਿਸੂਸ ਕਰਦੇ ਹਾਂ ਵੀ ਉਹਦੇ ਵਿੱਚ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਆਈਆਂ ਨੇ, ਜਿਹੜੀਆਂ ਨਹੀਂ ਆਈਆਂ ਉਹ ਕਰੋਨਾ ਕਰਕੇ ਨਹੀਂ ਆਈਆਂ ਜੋ ਤੁਹਾਡੇ ਦੱਸਣ ਅਨੁਸਾਰ ਹੈ, ਜਾਂ ਕੋਈ ਸਟਾਫ ਦੀ ਕਮੀ ਹੈ, ਨਈਆਂ ਰਿਕਰੂਟਮੈਂਟਸ ਜਿਹੜੀਆਂ ਸਰਕਾਰ ਨੇ ਘੱਟ ਕੀਤੀਆਂ ਨੇ, ਜਾਂ ਜੋ ਵੀ ਇੱਕ ਮੇਜ਼ਰਮੈਂਟਸ ਉਹਨਾਂ ਦੀਆਂ ਸਰਕਾਰ ਦੀਆਂ ਹੋ ਸਕਦੀਆਂ ਨੇ ਤੁਹਾਡੇ ਕੋਲ ਅਵੇਲੇਬਲ ਨੇ ਜੋ ਹੈਗੀਆਂ ਨੇ, ਉਹਨਾਂ ਦੇ ਲਈ ਜਿਹੜੀ ਪਬਲਿਕ ਹੈ ਉਹ ਸੰਤੁਸ਼ਟ ਹੈਗੀ ਹੈ ਜੀ ਉਸ ਚੀਜ਼ ਤੋਂ? ਹਾਂਜੀ, ਇਸ ਬਾਰੇ ਮੈਂ ਉਚੇਚੇ ਤੌਰ 'ਤੇ ਦੱਸਣਾ ਚਾਹੂੰਗਾ ਕਿ ਜਦੋਂ ਤੋਂ ਮੈਂ ਇੱਥੇ ਐਜ਼ ਐਸਐਮਓ ਜੁਆਇਨ ਕੀਤਾ ਹੈ, ਇੱਥੇ ਮੇਰੀ ਆਦਤ ਸ਼ੁਰੂ ਤੋਂ ਹੀ ਰਹੀ ਹੈ ਕਿ ਸਵੇਰੇ ਟਾਈਮ ਸਿਰ ਪਹੁੰਚ ਜਾਣ ਦੀ, ਔਰ ਉਸੇ ਤਰ੍ਹਾਂ ਜਦੋਂ ਆਪ ਕੁਰਸੀ 'ਤੇ ਅਫਸਰ ਬੈਠਾ ਹੈ ਤੇ ਥੱਲੇ ਵਾਲੇ ਮੁਲਾਜ਼ਮਾਂ ਨੂੰ ਵੀ ਟਾਈਮ ਸਿਰ ਕੰਮ ਕਰਨਾ ਹੀ ਪੈਂਦਾ, ਪਹੁੰਚਣਾ ਪੈਂਦਾ ਹੈ। ਅਸੀਂ ਪਿੱਛੇ ਹੁਣ ਕਰੋਨਾ ਦਾ ਪੂਰਾ ਜ਼ੋਰ ਚੱਲ ਰਿਹਾ ਸੀ, ਜਿਹਦੇ ਕਰਕੇ ਕਿ ਬਹੁਤ ਸਾਰੇ ਸਿਹਤ ਕੇਂਦਰਾਂ ਦੇ ਵਿੱਚ ਉਹਨਾਂ ਨੇ ਕੰਮ ਵੀ ਬੰਦ ਕੀਤੇ, ਆਪਰੇਸ਼ਨ ਵੀ ਬੰਦ ਕੀਤੇ, ਕਰਨਾ ਨਹੀਂ ਕਈ ਤਰ੍ਹਾਂ ਦੀਆਂ ਹੋਰ ਸਹੂਲਤਾਂ ਜਿਹੜੇ ਕਿ ਆਮ ਮਰੀਜ਼ਾਂ ਨੂੰ ਮਿਲ ਸਕਦੀਆਂ ਸੀ ਉਹ ਬੰਦ ਕੀਤੀਆਂ। ਪਰ ਅਸੀਂ ਇਸ ਗੱਲ ਨੂੰ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਕਰੋਨਾ ਦੀਆਂ ਸਾਰੀਆਂ ਤੇ ਮੱਦੇ ਨੇ ਜਿਹੜੀਆਂ ਕਿ ਗਾਈਡਲਾਈਨਸ ਨੂੰ ਧਿਆਨ 'ਚ ਰੱਖਦੇ ਹੋਇਆ ਇੱਥੇ ਰੋਜ਼ ਦੇ ਰੋਜ਼ ਆਪਰੇਸ਼ਨ ਵੀ ਹੁੰਦੇ ਨੇ, ਕੰਮ ਵੀ ਹੁੰਦਾ, ਮਰੀਜ਼ਾਂ ਨੂੰ ਸੁੱਖ ਵੀ ਮਿਲਦਾ ਹੈ। ਔਰ ਮੇਰਾ ਖਿਆਲ ਹੈ ਕਿ ਸਾਡਾ ਕੋਈ ਐਤਵਾਰ ਸ਼ਾਇਦ ਇਹ ਕੋਈ ਐਤਵਾਰ ਵਾਂਗ ਲੰਘਿਆ ਹੋਵੇ ਕਿ ਜਿਹਦੇ 'ਚ ਅਸੀਂ ਸੈਂਪਲਿੰਗਾਂ ਕੀਤੀ ਹੋਏ, ਵੈਕਸੀਨੇਸ਼ਨਾਂ ਕੀਤੀ ਹੋਏ ਔਰ ਆਪਰੇਸ਼ਨਾਂ ਕੀਤੇ ਹੋਣ। ਸਾਰਾ ਸਰ ਕੁਝ ਤੁਸੀਂ ਕਰਨ ਦੇ- ਬਤੌਰ ਇੱਕ ਸਰਜਨ ਮਤਲਬ ਤੁਸੀਂ ਮੈਂ ਸਰਜਨ ਵੀ ਹਾਂ, ਖੁਦ ਸਰਜਰੀ ਕਰਦੇ ਹੋ ਤੁਸੀਂ? ਸਰਜਰੀ ਵੀ ਕਰਦਾ, ਪਰ ਬੜੀ ਐਮਰਜੈਂਸੀ ਕੇਸਿਸ ਨੂੰ ਕਰਨ ਵਾਸਤੇ ਅਸੀਂ ਜਿਹੜੇ ਕਿ ਗਾਇਨਿਕ ਜਿਹੜੇ ਬੱਚਿਆਂ ਦੇ ਜੱਚਾ ਬੱਚਾ ਦੇ ਕੇਸਿਸ ਹੁੰਦੇ ਉਹਨਾਂ ਨੂੰ ਕਰਨ ਵਾਸਤੇ ਆਪ ਰਾਤ ਨੂੰ 12-1 ਵਜੇ ਤੱਕ ਵੀ ਕਈ ਵਾਰੀ ਇੱਥੇ ਰਾਤ ਨੂੰ ਇੱਥੇ ਪਹੁੰਚੇ ਹਾਂ, ਆਪਣੇ ਬਾਕੀ ਡਾਕਟਰਾਂ ਨੂੰ ਨਾਲ ਲੈ ਕੇ ਅਸੀਂ ਤੇ ਮੈਂ ਬੜੀ ਸਫਲਤਾਪੂਰਵਕ ਇਸ ਕੰਮ ਨੂੰ ਚਲਾਇਆ ਕਿ ਕਿਸੇ ਵੀ ਆਸੇ ਪਾਸੇ ਜਨਤਾ ਨੂੰ ਕੋਈ ਮੁਸ਼ਕਲ ਨਹੀਂ ਆਈ, ਨੁਕਸਾਨ ਨਹੀਂ ਆਇਆ। ਔਰ ਇਹ ਜਿਹੜੇ ਸਰਕਾਰ ਵੱਲੋਂ ਜੱਚਾ ਬੱਚਾ ਨੂੰ ਜਿਹੜੀ ਸਹੂਲਤ ਦਿੱਤੀ ਗਈ ਹੈ ਆਪਰੇਸ਼ਨ ਕਰਵਾ ਲੈਣ ਦੀ ਜਾਂ ਕੰਮ ਕਰਾਉਣ ਦੀ ਜਾਂ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣ ਦੀ, ਔਰ ਮੈਂ ਦਾਅਵੇ ਨਾਲ ਕਹਿੰਦਾ ਕਿਸੇ ਵੀ ਸਮੂਹਕ ਸਿਹਤ ਕੇਂਦਰ 'ਚ ਸ਼ਾਇਦ ਹੀ ਪੰਜਾਬ 'ਚ ਹੋਵੇ ਜਿੱਥੇ ਕਿ ਰਾਤ ਵੇਲੇ ਵੀ ਆਪਰੇਸ਼ਨ ਕੀਤੇ ਜਾਂਦੇ ਹੋਣ। ਔਰ ਅੰਮ੍ਰਿਤਸਰ ਦੇ ਵਿੱਚ ਹੀ ਜਾਂ ਸਿਵਲ ਹਸਪਤਾਲ 'ਚ ਹੁੰਦੇ ਸੀ ਜਾਂ ਗੁਰੂ ਨਾਨਕ ਹਸਪਤਾਲ 'ਚ ਹੁੰਦੇ ਸੀ ਤੇ ਜਾਂ ਰਾਤ ਨੂੰ ਮਾਨ ਵਾਲੇ ਹਸਪਤਾਲ 'ਚ ਕੇਸ ਹੁੰਦੇ ਸੀ। ਸਰ ਕਿੰਨੇ ਕੁ ਆਪਰੇਸ਼ਨ ਜਿਹੜੇ ਨੇ ਤੁਸੀਂ ਇੱਕ ਜਾਂ ਮੇਨ ਕਿਹੜੀਆਂ ਬਿਮਾਰੀਆਂ ਦੇ ਲੋਕ ਇਸ ਇਲਾਕੇ ਨਾਲ ਤਰਸਤ ਨੇ? ਮੇਨ ਮਤਲਬ ਚਲੋ ਇੱਕ ਡਿਲੀਵਰੀ ਕੇਸਿਸ ਤਾਂ ਚਲੋ ਇੱਕ ਨਾਰਮਲੀ ਹੁੰਦੇ ਹੀ ਹੁੰਦੇ ਨੇ, ਹੋਰ ਕਿਹੜੀਆਂ ਇੱਕ ਇਸ ਇਲਾਕੇ ਨਾਲ ਲੋਕ ਮਤਲਬ ਜ਼ਿਆਦਾ ਪੀੜਤ ਨੇ ਜਿਨ੍ਹਾਂ ਦੇ ਆਪਰੇਟਸ ਵਗੈਰਾ ਇੱਥੇ ਹੁੰਦੇ ਨੇ ਜੀ? ਅੱਜ ਪੀੜਤ ਨਹੀਂ ਕਹਿਣਾ ਚਾਹੀਦਾ ਆਪਾਂ, ਜਿਹੜੀਆਂ ਰੂਟੀਨ ਦੀਆਂ ਪੱਥਰੀ ਦੀਆਂ ਬਿਮਾਰੀਆਂ, ਪਿੱਤੇ ਪੱਥਰੀ ਹੋ ਗਈ, ਗੁਰਦੇ ਪੱਥਰੀਆਂ ਹੋ ਗਈਆਂ, ਹਰਨੀਆਂ ਹੋ ਗਿਆ, ਹਾਈਡਰੋਸੀਲ ਹੋ ਗਿਆ, ਪੇਟ ਦੇ ਹੋਰ ਰੋਗ ਹੋ ਗਏ, ਚਾਹੇ ਛੋਟੇ ਮੋਟੇ ਜਿਹੜੇ ਕੋਈ ਹੋਰ ਆਪਰੇਸ਼ਨ ਕਰਨ ਵਾਲੇ ਉਹ ਸਾਰੇ ਆਪਰੇਸ਼ਨ ਤੇ ਆਪਾਂ ਤੇ ਬੜੇ ਸਮੇਂ ਤੋਂ ਸਰ ਇੱਥੇ ਇੱਕ ਮੰਗ ਸੀ ਕਿ ਸ਼ਾਇਦ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਤੇ ਇੱਕ ਬੱਚਿਆਂ ਦਾ ਸਪੈਸ਼ਲਿਸਟ ਡਾਕਟਰ ਬੱਚਿਆਂ ਇੱਥੇ? ਦੇ ਸਪੈਸ਼ਲਿਸਟ ਡਾਕਟਰ ਸਾਡੇ ਕੋਲ ਨਹੀਂ ਹੈਗੇ। ਹਾਂ ਅਸੀਂ ਕਿਉਂਕਿ ਇੱਥੇ ਸਾਡੇ ਕੋਲ ਕੁਛ ਹੱਦ ਤੱਕ ਕੰਮ ਕਰਕੇ ਆਪਣੇ ਆਪ ਨੂੰ ਇੰਨਾ ਕਹੀਂ ਪ੍ਰੋਫੀਸ਼ੀਐਂਟ ਕਰ ਲਿਆ ਹੈ ਕਿ ਅਸੀਂ ਥੋੜ੍ਹੇ ਕੀਤਿਆਂ ਕਿਸੇ ਮਰੀਜ਼ ਨੂੰ ਅਜੇ ਵੀ ਇਸ ਕੰਮ ਵਾਸਤੇ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪੈਂਦੀ। ਅਸੀਂ ਇੱਥੇ ਸਿਹਤ ਸੁਵਿਧਾਵਾਂ ਨੂੰ ਪ੍ਰਦਾਨ ਕਰਦੇ ਹਾਂ ਔਰ ਮਿਆਰੀ ਸਿਹਤ ਸੁਵਿਧਾਵਾਂ ਜਿਹਦੀ ਕਿ ਹਾਲੇ ਤੱਕ ਕਦੀ ਆਪਣੇ ਸਾਡੇ ਹਸਪਤਾਲ ਦੇ ਵਿੱਚੋਂ ਕਿਸੇ ਵੀ ਮਰੀਜ਼ ਦਾ ਗਲਤ ਇਲਾਜ ਜਾਂ ਉਹਨੂੰ ਇਲਾਜ ਸਹੀ ਨਹੀਂ ਮਿਲ ਸਕਿਆ ਜਾਂ ਕੋਈ ਪੈਸਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਹਨੂੰ ਰਾਤ ਬਰਾਤੇ ਵੀ ਕਿਤੇ ਬਾਹਰ ਜਾਣਾ ਪਏ ਜਾਂ ਦੂਰ ਜਾਣਾ ਪਏ, ਇਹੋ ਜਿਹਾ ਨਹੀਂ ਹੋ ਸਕਿਆ। ਜੰਡਿਆਲੇ ਇਲਾਕੇ ਦੇ ਵਿੱਚ ਜਿੰਨੇ GOG ਹੈਗੇ ਆ ਉਹ ਸਾਰੇ
ਇਸ ਗੱਲ ਤੋਂ ਮੇਰੇ ਨਾਲ ਪ੍ਰਭਾਵਿਤ ਨੇ। ਕਈ ਪ੍ਰੈਸ ਕਲੱਬ ਵੀ ਹੈਗੇ ਨੇ ਜਿਹੜੇ ਕਿ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਟਾਈਮ ਸੰਬੋਧਨ ਵੀ ਕਰਦੇ ਨੇ, ਸਾਡੇ ਨਾਲ ਬੈਠ ਕੇ ਇਸ ਗੱਲਾਂ ਨੂੰ ਅਸੀਂ ਜਿਹੜੇ ਤਾਈਂ ਆਉਂਦੀਆਂ ਨੇ ਉਹਦੀ ਹੱਲ ਵੀ ਕਰਦੇ ਹਾਂ। ਅਤੇ ਜਿੱਥੇ ਕਿਸੇ ਗਰੀਬ ਨੂੰ ਲੋੜ ਹੁੰਦੀ ਹੈ ਜਾਂ ਦਿੱਕਤਾਂ ਨੇ, ਉੱਥੇ ਇਲਾਕੇ ਦੇ ਪਤਵੰਤੇ ਸੱਜਣ ਅਤੇ ਹੋਰ ਜਿਹੜੇ ਮੋਹਤਬਰ ਹੈ, ਕਈ ਪ੍ਰੈਸ ਕਲੱਬ ਵੀ, ਕਈ ਸਾਡੇ ਪੱਤਰਕਾਰ ਸਾਥੀ ਵੀ ਸਾਡਾ ਸਾਥ ਦਿੰਦੇ ਨੇ ਕਿ ਜਿਹੜੇ ਨਾਲ ਆ ਕੇ ਉਹਨਾਂ ਨੂੰ ਮੋਢਾ ਜੋੜ ਕੇ ਮਰੀਜ਼ਾਂ ਦੇ ਦੁੱਖ ਦਰਦ ਦੂਰ ਨਹੀਂ ਕਰ। ਚਲੋ ਸਰ, ਇਹ ਤਾਂ ਮੈਂ ਇੱਕ ਮੰਨਦਾ ਹੈ ਵੀ ਇੱਕ ਇਨਸਾਨੀਅਤ ਦੇ ਤੌਰ 'ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਨੂੰ ਇੱਕ ਰੱਬ ਰੂਪ ਮੰਨਿਆ ਜਾਂਦਾ ਹੈ। ਤੁਸੀਂ ਇੱਕ ਹਸਪੀਟਲ ਜਦੋਂ ਤੁਸੀਂ ਜੁਆਇਨ ਕੀਤਾ ਹੈ, ਅਸੀਂ ਦੇਖ ਰਹੇ ਸੀ ਵੀ ਤੁਹਾਡੀ ਇੱਕ ਬਿਲਡਿੰਗ ਦੀ ਰੈਨੋਵੇਸ਼ਨਸ ਦਾ ਵੀ ਸ਼ਾਇਦ ਕੰਮ ਕੋਈ ਚੱਲ ਰਿਹਾ ਹੈ, ਅਤੇ ਇਸ ਬਿਲਡਿੰਗ ਦੀ ਮਤਲਬ ਇੱਕ ਜਿੱਦਾਂ ਜਿੰਨੇ ਕਹਿੰਦੇ ਨਾ ਵੀ ਜਿੰਨੀ ਵੱਡੀ ਬਿਲਡਿੰਗ ਹੋਵੇ ਉਹਨੂੰ ਸਾਂਭ ਸੰਭਾਲ ਕਰਨੀ, ਜਾਂ ਜਿੱਡਾ ਵੱਡਾ ਇੱਕ ਪਰਿਵਾਰ ਹੋਵੇ ਉਹਨੂੰ ਨਾਲ ਲੈ ਕੇ ਚੱਲਣਾ। ਇੱਕ ਤੁਸੀਂ ਇੱਕ ਪਰਿਵਾਰ ਦੇ ਇਹਨਾਂ ਦੇ ਐਸੇ SMO, ਇੱਕ ਮੋਢੀ ਹੋ, ਸਟਾਫ ਦਾ ਕਾਰਪੋਰੇਟ ਤੁਹਾਨੂੰ ਕਿੰਨਾ ਕੁ ਆਉਂਦਾ ਹੈ, ਅਤੇ ਬਿਲਡਿੰਗ ਦੇ ਰੱਖ ਰਖਾਵ ਲਈ ਜਿਹੜੇ ਆ ਉਹ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਕਰਦੇ ਹੋ? ਸਟਾਫ ਦਾ ਸਾਡੇ ਨਾਲ ਤਾਂ ਪੂਰਾ ਕੋਆਪਰੇਸ਼ਨ ਹੁੰਦਾ। ਜਿੱਥੇ ਕੋਈ ਦਿੱਕਤ ਆਉਂਦੀ ਮਹਿਸੂਸ ਹੁੰਦੀ ਉੱਥੇ ਆਪਾਂ ਆਪਣੇ ਸਟਾਫ ਰਾਹੀਂ ਵੀ, ਤਕਰੀਬਨ ਕਿ ਇਲਾਕੇ ਦੇ ਬਾਕੀ ਬੰਦਿਆਂ ਨਾਲ, ਪਤਵੰਤੇ ਸੱਜਣਾਂ ਰਾਹੀਂ ਆਪਾਂ ਮਿਹਨਤ ਕਰਦੇ ਰਹਿੰਦੇ ਹਾਂ ਕਿ ਤਾਂ ਕਿ ਬਿਲਡਿੰਗ ਨੂੰ ਕੋਈ ਨੁਕਸਾਨ ਨਾ ਪਹੁੰਚੇ, ਦਿੱਕਤ ਹੋਏ। ਜਿੱਥੇ ਕੋਈ ਮੁਸ਼ਕਲ ਆਉਂਦੀ ਹੈ ਉਹਦੇ ਬਾਰੇ ਸਾਡਾ ਇੱਥੇ ਇੱਕ ਬਣਿਆ ਬਣਾਇਆ ਸੈੱਟ ਪ੍ਰੋਟੋਕੋਲ ਹੈ, ਜਿਹਦੇ ਰਾਹੀਂ ਪੰਜਾਬ ਅਸਿਸਟੈਂਟ ਕਾਰਪੋਰੇਸ਼ਨ ਨੂੰ ਲਿਖਣਾ ਪੈਂਦਾ ਹੈ ਕਿ ਸਾਡੇ ਇਹ ਬਿਲਡਿੰਗ 'ਚ ਦਿੱਕਤ ਆ ਗਈ ਹੈ। ਉਹ ਅੱਗੇ ਆਪਣੇ ਠੇਕੇਦਾਰਾਂ ਰਾਹੀਂ ਜਾਂ ਉਹ ਜਿਹੜਾ ਕੋਈ ਉਹਨਾਂ ਨੇ ਆਪਣਾ ਮਤਲਬ ਤੇ ਤੁਹਾਡਾ ਕੋਈ ਉਹਨਾਂ ਦਾ ਰੋਲ ਨਹੀਂ ਹੁੰਦਾ ਫਾਈਨੈਂਸ਼ੀਅਲੀ, ਮਤਲਬ ਤੁਸੀਂ ਇੱਕ ਪ੍ਰਪੋਜ਼ਲ ਆਪਣੀ ਸੈੱਟ ਕਰਦੇ ਹੋ। ਜਿੱਥੇ ਕੋਈ ਮਾੜੀ ਮੋਟੀ ਰਿਪੇਅਰ ਹੁੰਦੀ ਹੈ ਉਹ ਅਸੀਂ ਆਪ ਕਰਵਾਉਂਦੇ ਹਾਂ, ਤੇ ਜਿੱਥੇ SMO ਦੇ ਬਜਟ ਤੋਂ ਵੱਧ ਹੋਏ ਉਹ ਅਸੀਂ ਮਨਜ਼ੂਰੀ ਲੈ ਕੇ DMC ਤੋਂ ਉਹ ਉੱਪਰ ਭੇਜਣਾ ਪੈਂਦਾ ਸਾਨੂੰ। ਜਦੋਂ ਮਨਜ਼ੂਰੀ ਦੇ ਦਿੰਦੀ ਹੈ ਅਸੀਂ ਆਪਣੇ ਜ਼ਰੂਰ ਚਾਰਜਿਸ ਤੋਂ ਕਰਵਾਉਣਾ ਚਾਹੀਏ, ਅਤੇ ਜਾਂ ਸਰਕਾਰ ਵੱਲੋਂ ਜਿਸ ਤਰ੍ਹਾਂ ਨੀਅਤ ਹੋਏ ਉਹਨਾਂ ਨੇ ਆਪ ਕਰਵਾ ਕੇ ਦੇਣਾ, ਉਹਦੇ ਹਿਸਾਬ ਨਾਲ। ਡਾਕਟਰ ਸਾਹਿਬ, ਮੈਂ ਇੱਕ ਗੱਲ ਕਰਨੀ ਚਾਹਾਂਗਾ। ਮੈਂ ਖੁਦ ਵੀ ਨਾ ਇੱਕ ਆਪਣੇ ਚੈਨਲ ਜਾਂ ਆਪਣੇ ਪੇਪਰ 'ਤੇ ਇੱਕ ਇੱਥੋਂ ਦੀ ਤੁਹਾਡੇ ਇੱਕ ਨਿਊਜ਼ ਪਬਲਿਸ਼ ਕੀਤੀਆਂ ਸੀਗੀਆਂ, ਜਿੱਥੇ ਕਿ ਮੈਂ ਆਪ ਜੀ ਦਾ ਵੀ ਬਾਅਦ ਵਿੱਚ ਇੱਕ ਜੋ ਵੀ ਇੱਕ ਪੱਖ ਸੀ ਉਹ ਜ਼ਰੂਰ ਸੁਣਿਆ ਸੀਗਾ ਵੀ ਜਿਹੜੇ ਇੱਥੇ ਇੱਕ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਹੈ। ਨਸ਼ਾ ਛਡਾਊ ਕੇਂਦਰ ਇਨ ਦਾ ਸੈਂਸ ਵੀ ਉੱਥੇ ਇੱਕ ਜਿਹੜੇ ਵੀ ਇੱਕ ਨਸ਼ੇ ਨਾਲ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਵੀ ਨਸ਼ਾ ਛਡਾਉਣ ਦੇ ਲਈ ਉਹਨਾਂ ਨੂੰ ਜੋ ਕੋਈ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੇ ਲਈ ਇੱਕ ਛੋਟਾ ਜਿਹਾ ਕਮਰਾ ਕ੍ਰੀਏਟ ਕੀਤਾ ਗਿਆ ਹੈ, ਜਾਂ ਉਹਨਾਂ ਨੂੰ ਇੱਥੇ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ। ਅਤੇ ਨਿਊਜ਼ ਨੇ ਇਹ ਪਬਲਿਸ਼ ਕੀਤੀ ਸੀਗੀ ਵੀ ਇੱਥੋਂ ਨਸ਼ਾ ਜਿਹੜਾ ਉਹ ਨਸ਼ੇੜੀ ਬਾਹਰ ਲੈ ਕੇ ਜਾਂਦੇ ਸੀਗੇ, ਉਹ ਬਾਹਰ ਉਹੋ ਹੀ ਗੋਲੀਆਂ ਜਿਹੜੀਆਂ ਵੇਚ ਦਿੰਦੇ ਸੀਗੇ। ਉਸ ਤੋਂ ਬਾਅਦ ਜਿਹੜਾ ਵਾ ਉਹ ਘਟਨਾਕ੍ਰਮ ਜਿਹੜਾ ਤੁਸੀਂ ਸਮਝਦੇ ਹੋ ਵੀ ਉਸ ਚੀਜ਼ ਦੇ ਵਿੱਚ ਆਪ ਜੀ ਦਾ ਧਿਆਨ ਲਿਆਉਣ ਤੋਂ ਬਾਅਦ ਕੋਈ ਸੁਧਾਰ ਆਇਆ ਜੀ ਉਹਦੇ ਵਿੱਚ? ਅਸੀਂ ਜਦੋਂ ਇਹ ਸਾਨੂੰ ਪਤਾ ਲੱਗਾ ਕਿ ਕੁਛ ਜਣੇ ਇਸ ਤਰ੍ਹਾਂ ਮਾੜਾ ਵਤੀਰਾ ਕਰ ਰਹੇ ਨੇ, ਗੋਲੀਆਂ ਅੱਗੇ ਜਾ ਕੇ ਵੇਚ ਕੇ ਜਾਂ ਕੋਸ਼ਿਸ਼ ਕਰਦੇ ਪਏ ਆ, ਉਹ ਗੋਲੀਆਂ ਤਾਂ ਵੇਚ ਸਕਦੇ ਨੇ ਜਿਹਨਾਂ ਨੂੰ ਹੋਮ ਡੋਜ਼ ਦਿੱਤੀ ਜਾਂਦੀ ਹੈ, ਕਿਉਂਕਿ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਕਿ ਇਹਨਾਂ ਨੂੰ ਨਸ਼ੇ ਦੇ ਨਾਲ ਰੋਕਣ ਨੂੰ ਨਾ ਪਏ, ਉਹਨਾਂ ਨੂੰ ਹਫ਼ਤੇ ਦੀ ਦਵਾਈ ਘਰ ਵਾਸਤੇ ਦਿੱਤੀ ਜਾਵੇ। ਮਤਲਬ ਉਹ ਇੱਕ ਮਤਲਬ ਉਹਨਾਂ ਦੇ ਡੋਜ਼ ਜਿਹੜੀ ਤੈਅ ਕੀਤੀ ਗਈ ਹੈ ਉਸ ਤੋਂ ਵੱਧ ਨਹੀਂ ਦਿੱਤੀ ਜਾਂਦੀ, ਪਰ ਜਿਹੜੇ ਵੇਚ ਦਿੰਦੇ ਨੇ ਉਹ ਇੰਨਾ ਸੈਂਸ ਹੈ ਵੀ ਇਹ ਕਿ ਕ੍ਰਾਈਮ ਹੈ ਕਿ ਉਦੋਂ ਉਹਨਾਂ ਨੂੰ ਪੁਲਿਸ ਨੇ ਕੋਈ ਵਿਅਕਤੀ ਕਾਬੂ ਕੀਤੇ ਸੀਗੇ ਜੀ? ਅਸੀਂ ਉਦੋਂ ਇਸ ਬਾਰੇ ਵੀ ਪੁਲਿਸ ਨੂੰ ਲਿਖ ਕੇ ਵੀ ਰਿਟਨ 'ਚ ਲਿਖ ਕੇ ਦਿੱਤਾ ਸੀ ਕਿ ਇਹੋ ਜਿਹਾ ਕੁਛ ਸਾਨੂੰ ਧਿਆਨ 'ਚ ਲਿਆਂਦਾ ਗਿਆ। ਕੋਈ ਸਾਰੇ ਇਹੋ ਜਿਹੇ ਬੰਦੇ ਵੀ ਆਉਂਦੇ ਨੇ ਜਿਹੜੇ ਕਿ ਮਤਲਬ ਕਿ ਆਪਣੇ ਡੋਜ਼ ਤੋਂ ਵੱਧ ਵੀ ਮੰਗ ਕਰਦੇ ਨੇ? ਦੇਖੋ, ਇਹਨਾਂ ਦਾ ਆਦਤ ਹੁੰਦੀ ਹੈ, ਇੱਕ ਸੁਭਾਅ ਇਹਨਾਂ ਦਾ ਹੁੰਦਾ, ਕਿਉਂਕਿ ਮਾਨਸਿਕ ਤੌਰ 'ਤੇ ਸਟੇਬਲ ਬੰਦੇ ਹੁੰਦੇ ਨਹੀਂ, ਇਹਨਾਂ ਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਨੀ ਹੁੰਦੀ ਹੈ, ਪਰ ਅਸੀਂ ਕਦੀ ਵੀ ਇੱਕ ਗੋਲੀ ਵੀ ਉੱਪਰ ਥੱਲੇ ਨਹੀਂ ਜਾ ਦੇ ਸਕਦੇ, ਕਿਉਂਕਿ ਸ਼ਡਿਊਲ ਵਿੱਚ ਡਰੱਗਸ ਹੁੰਦੀਆਂ ਨੇ, ਇਹਦੇ ਵਿੱਚ ਨਾ ਤਾਂ ਕੋਈ ਗੋਲੀ ਬਾਹਰ ਜਾ ਸਕਦੇ ਬਗੈਰ ਔਨਲਾਈਨ ਚੜ੍ਹਿਆ, ਕੋਈ ਗੋਲੀ ਵੀ ਇੱਕ ਅੱਧੀ ਵੀ ਇੱਕ ਇੱਧਰ ਨਹੀਂ ਹੋ ਸਕਦੀ। ਅਸੀਂ ਜਦੋਂ ਉਦੋਂ ਵੀ ਇਹ ਗੱਲ ਆਈ ਸੀ, ਅਸੀਂ ਪੁਲਿਸ ਦੇ ਧਿਆਨ 'ਚ ਰਿਟਨ ਤੌਰ 'ਤੇ ਲਿਖਿਆ ਸੀ, ਪਰ ਪੁਲਿਸ ਨਾਲ ਬੈਠ ਕੇ ਮੀਟਿੰਗ ਵੀ ਕੀਤੀ, ਇੱਥੋਂ ਕਿ DSP SSP ਤੱਕ ਨੂੰ ਇਨਵੋਲਵ ਕੀਤਾ ਸੀ। ਸਰ ਇਹਦੇ ਵਿੱਚ ਉਹ ਚੀਜ਼ਾਂ ਸੌਰਟ ਆਊਟ ਤੁਸੀਂ ਕਰ ਲਈਆਂ। ਇਹਦੇ ਵਿੱਚ ਸਰ ਇੱਕ ਚੀਜ਼ ਹੋਰ ਵੀ ਮਤਲਬ ਇਲਾਕੇ ਵਿੱਚੋਂ ਖੁੱਲ੍ਹ ਕੇ ਇੱਕ ਬਾਹਰ ਆ ਰਹੀ ਸੀਗੀ ਵੀ ਤੁਸੀਂ ਇੱਥੇ ਜਿਹੜਾ ਇੱਕ ਸਟਾਫ ਹੈ, ਜਿਹੜਾ ਇੱਕ ਕਹਿ ਸਕਦੇ ਹਾਂ ਵੀ ਫਾਰਮਾਸਿਸਟ ਦੀ ਜਗ੍ਹਾ 'ਤੇ ਕੋਈ ਬੈਠਦਾ ਹੈ, ਮਤਲਬ ਕਿ ਮੈਡੀਸਨਸ ਵੀ ਸ਼ਾਇਦ ਇੱਕ ਦੋ ਲੜਕੀਆਂ ਉੱਥੇ ਬੈਠ ਕੇ ਦਿੰਦੀਆਂ ਨੇ, ਉਹ ਸਟਾਫ ਤੁਹਾਡਾ ਸਰਕਾਰੀ ਹੈ ਕਿ ਪ੍ਰਾਈਵੇਟ ਹੈ? ਨਹੀਂ, ਸਾਰਾ ਸਰਕਾਰ ਵੱਲੋਂ ਹੀ ਤੈਨਾਤ ਕੀਤਾ ਗਿਆ। ਨਸ਼ੇ ਉਸ ਜਿਹੜਾ ਹੈਗਾ ਹੈ ਸੈਂਟਰ, ਉਹਦੇ ਵਿੱਚ DC ਵੱਲੋਂ ਕਾਡਾ ਫੰਡ ਦੇ ਅੰਡਰ ਸਟਾਫ ਨਰਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਕਿ ਪੈਸੇ DC ਵੱਲੋਂ ਹੀ ਦਿੱਤੇ ਜਾਂਦੇ ਨੇ, ਉਹ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆ। ਸਾਡਾ ਆਪਣੇ ਵੱਲੋਂ ਉਸ ਸੈਂਟਰ ਦੇ ਵਿੱਚ ਕੋਈ ਵੀ ਪ੍ਰਾਈਵੇਟ ਮੁਲਾਜ਼ਮ ਨਹੀਂ ਹੈ ਜਿਹੜਾ ਕਿ ਅਸੀਂ ਆਪ ਉੱਥੇ। ਸਰ, ਜਿਸ ਤਰ੍ਹਾਂ ਕਿ ਮੈਂ ਲਾਸਟ ਤੁਹਾਨੂੰ ਜੋ ਵੀ ਮੈਂ ਤੁਹਾਨੂੰ ਸਵਾਲ ਕਰ ਚੁੱਕਾ ਹਾਂ, ਜਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਚਾਹਾਂਗੇ ਵੀ ਸਹੂਲਤਾਂ ਇੱਥੇ ਹੋਰ ਵੀ ਜਿਹੜੀਆਂ ਮੁਹੱਈਆ ਹੋਣ, ਤੁਸੀਂ ਆਪਣੇ ਵੱਲੋਂ ਜਾਂ ਇਲਾਕਾ ਨਿਵਾਸੀ ਨੇ
ਕੀ ਉਹ ਤੁਸੀਂ ਸਮਝਦੇ ਹੋ ਵੀ ਇਸ ਇਲਾਕੇ ਦੇ ਵਿੱਚ ਜਾਂ ਇੱਕ ਲੀਡਰ ਨੇ ਜਾਂ ਇੱਥੋਂ ਦੇ ਕੋਈ ਵਸਨੀਕ ਨੇ, ਉਹਨਾਂ ਨੂੰ ਆਪਣੇ ਵੱਲੋਂ ਕੀ ਇੱਕ ਸੁਨੇਹਾ ਦੇਣਾ ਚਾਹੁੰਦੇ ਹੋ? ਕਿਉਂਕਿ ਜੇ ਸਿਹਤ ਸੁਵਿਧਾਵਾਂ ਇੱਕ ਡਾਕਟਰ ਦਾ ਫਰਜ਼ ਸਮਝਦੇ ਹਾਂ ਅਸੀਂ, ਵੀ ਉਹਨੇ ਇੱਕ ਡਿਊਟੀ ਹੈ ਜੀ ਉਹਨੂੰ ਇੱਕ ਜਨਤਾ ਤੱਕ ਪਹੁੰਚਾਉਣਾ, ਉਹ ਇੰਨੇ ਵਜੇ ਆਵੇ ਜੀ, ਉਹਨੂੰ ਇੱਥੇ ਬਹਿਣਾ ਹੀ ਪੈਣਾ ਹੈ, ਕਿਸੇ ਵੇਲੇ ਚਲੋ ਪਰਸਨਲ ਆਉਣਾ ਜਾਣਾ ਪੈ ਜਾਂਦਾ ਹੈ, ਅਸੀਂ ਇਹ ਮੰਨਦੇ ਹਾਂ। ਕਿ ਆਮ ਜਨਤਾ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਤੁਹਾਡੇ ਨਾਲ ਕਿਸ ਤਰ੍ਹਾਂ ਸਹਿਯੋਗ ਕਰਨ ਜੀ ਉਹ? ਆਮ ਜਨਤਾ ਤੇ ਇਲਾਕੇ ਨਿਵਾਸੀਆਂ ਨਾਲ ਸਾਨੂੰ ਇਹ ਬੇਨਤੀ ਸਾਡੇ ਵੱਲੋਂ ਨਾਲ ਕਿ ਸਾਡੇ ਇਸ ਹਸਪਤਾਲ ਦੇ ਉੱਪਰ ਭਰੋਸਾ ਰੱਖੋ, ਵਿਸ਼ਵਾਸ ਰੱਖੋ। ਅਸੀਂ ਕਿਸੇ ਨਾਲ ਕੋਈ ਧੋਖਾਧੜੀ ਜਾਂ ਖਰਾਬ ਨਹੀਂ ਕਰ ਰਹੇ। ਜੋ ਵੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਿਹਤ ਸੁਵਿਧਾਵਾਂ ਹੈ, ਉਹਨਾਂ ਨੂੰ ਪ੍ਰੋਪਰ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ। ਅਤੇ ਸਾਡੇ ਨਾਲ ਇਸ ਗੱਲ 'ਚ ਸਹਿਯੋਗ ਦੇ ਕਿ ਆ ਕੇ ਲੜਾਈ ਝਗੜਾ ਜਾਂ ਉਸ ਪਾਸੇ ਪੈਣ ਤੋਂ ਪਹਿਲਾਂ ਹਰ ਗੱਲ ਨੂੰ ਸਪਸ਼ਟ ਕਰ ਲਿਆ ਜਾਵੇ ਕਿ ਕਿਸ ਕਰਕੇ ਮਰੀਜ਼ ਨੂੰ ਕਿਉਂ ਭੇਜਣਾ ਪੈ ਰਿਹਾ ਜਾਂ ਕਿਉਂ ਭੇਜਣਾ ਪੈ ਰਿਹਾ। ਸਾਡੀ ਅਕਸਰ ਲੋਕਾਂ ਨਾਲ ਲੜਾਈ ਇਸ ਗੱਲ ਦੀ ਹੁੰਦੀ ਹੈ ਕਿ ਤੁਸੀਂ ਮਰੀਜ਼ ਨੂੰ ਅੰਮ੍ਰਿਤਸਰ ਕਿਉਂ ਭੇਜਦੇ ਪਏ ਹੋ। ਇਹਦੇ ਬਾਰੇ ਸਪਸ਼ਟ ਦੱਸਣਾ ਚਾਹੂੰਗਾ ਕਿ ਕਿਉਂਕਿ ਇਹ ਇੱਕ ਸਮੂਹ ਸਿਹਤ ਕੇਂਦਰ ਹੈ ਜਿੱਥੇ ਕਿ ਹਰ ਵੇਲੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਨਹੀਂ ਹੋ ਸਕਦੀ। ਕੁਛ ਐਮਰਜੈਂਸੀ ਕੇਸਾਂ ਵਿੱਚ ਸਾਨੂੰ ਕਈ ਵਾਰੀ ਮਰੀਜ਼ ਦੀ ਜਾਨ ਬਚਾਉਣ ਵਾਸਤੇ ਜਾਂ ਉਹਦੇ ਬਿਹਤਰੀ ਵਾਸਤੇ ਉਹਨੂੰ ਵੱਡੇ ਹਸਪਤਾਲਾਂ 'ਤੇ ਰੈਫਰ ਕੀਤਾ ਜਾਣਾ ਕਰਨਾ ਪੈਂਦਾ ਹੈ। ਉਸ ਵੇਲੇ ਸਾਡੇ ਨਾਲ ਸਹਿਯੋਗ ਕਰਿਆ ਕਰਨ, ਸਾਡੇ 'ਤੇ ਸ਼ੱਕ ਨਾ ਕਰਿਆ ਕਰਨ। ਚਲੋ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਡਾਕਟਰ ਸਾਹਿਬ ਦੇ ਨਾਲ ਜੋ ਵੀ ਇੱਕ ਜਨਤਾ ਦੇ ਸਵਾਲ ਸੀਗੇ ਜਾਂ ਇੱਕ ਸਰਕਾਰਾਂ ਆਪਣੇ ਸਿਹਤ ਕੇਂਦਰਾਂ ਦੇ ਵਿੱਚ ਕੀ ਇੱਕ ਡਿਵੈਲਪਮੈਂਟ ਕਰ ਰਹੀਆਂ ਨੇ ਜਾਂ ਉੱਥੇ ਬੈਠੇ ਹੋਏ ਅਧਿਕਾਰੀ ਜਿਹੜੇ ਨੇ ਉਹ ਇੱਕ ਜਨਤਾ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰਦੇ ਨੇ, ਸਾਡਾ ਇਹੋ ਪਰਪਸ ਹੈ ਵੀ ਜੋ ਵੀ ਇੱਕ ਸਰਕਾਰ ਵੱਲੋਂ ਸਹੂਲਤਾਂ ਆਉਂਦੀਆਂ ਨੇ ਆਮ ਜਨਤਾ ਤੱਕ ਪਹੁੰਚ ਸਕਣ। ਪਰ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਜਾਂ ਇੱਕ ਆਮ ਜਨਤਾ ਨੂੰ ਇੱਕ ਉਸੇ ਹਿਸਾਬ ਨਾਲ ਇੱਕ ਅਪੀਲ ਵੀ ਕਰਨੀ ਚਾਹਾਂਗੇ ਵੀ ਕਿਸੇ ਨਾ ਕਿਸੇ ਸ਼ਖਸ ਤੇ ਉਂਗਲ ਚੁੱਕਣੀ ਤਾਂ ਬੜੀ ਸੌਖੀ ਹੈ। ਕਿਉਂਕਿ ਜਦੋਂ ਇੱਕ ਬੰਦਾ ਇੱਕ ਅਦਾਰਾ ਜਾਂ ਇੱਕ ਪਰਿਵਾਰ ਚਲਾਉਂਦਾ ਹੈ ਜਾਂ ਇੰਸਟੀਚਿਊਟ ਚਲਾਉਂਦਾ ਹੈ, ਕੋਈ ਵੀ ਜਗ੍ਹਾ ਹੋਵੇ, ਉੱਥੇ ਇੱਕ ਮੇਲ ਮਿਲਾਪ ਦੇ ਨਾਲ ਹੀ ਕੰਮ ਚੱਲਦੇ ਨੇ। ਕਿਸੇ ਤੇ ਟਿੱਪਣੀ ਕਰਨੀ ਜਾਂ ਉਂਗਲ ਚੱਕਣੀ ਤੇ ਸ਼ਾਇਦ ਬੜੀ ਸੌਖੀ ਹੁੰਦੀ ਹੈ, ਪਰ ਉਹਦੇ 'ਚ ਸੁਧਾਰ ਕਰਨਾ ਉਹ ਇੱਕ ਜਨਤਾ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਅਤੇ ਅਸੀਂ ਸਮਝਦੇ ਹਾਂ ਵੀ ਜਦੋਂ ਇੱਕ ਪੇਂਡੂ ਖੇਤਰਾਂ ਦੇ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਡਾਕਟਰ ਹੈ, ਜੇ ਉਹ ਪੁਆਇੰਟ ਹੁੰਦਾ ਹੈ ਤਾਂ ਉਹ ਇੱਥੋਂ ਕਈ ਵਾਰੀ ਮਤਲਬ ਕਿ ਫੈਡਅਪ ਹੋ ਜਾਂਦਾ ਹੈ ਜਾਂ ਇਹ ਜਗ੍ਹਾ ਛੱਡ ਕੇ ਚੱਲ ਜਾਂਦਾ ਹੈ ਕਿਉਂਕਿ ਉਹ ਕੰਮ ਨਹੀਂ ਕਰਨਾ ਚਾਹੁੰਦਾ। ਉਹਦੇ ਕਈ ਕਾਰਨ ਹੁੰਦੇ ਨੇ। ਕਾਰਨ ਇਹ ਹੁੰਦਾ ਹੈ ਵੀ ਉੱਥੋਂ ਦੀ ਇੱਕ ਜਨਤਾ ਦਾ ਸਹਿਯੋਗ ਨਹੀਂ ਮਿਲਦਾ ਜਾਂ ਕਈਆਂ ਚੀਜ਼ਾਂ ਦੇ ਇੱਕ ਹਰਾਸਮੈਂਟ ਹੁੰਦੀ ਹੈ। ਪਰ ਕੁਝ ਵਿਅਕਤੀਆਂ ਦੇ ਕਾਰਨ ਜਿਹੜਾ ਵਾ ਗਲਤਫਹਿਮੀਆਂ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਵੀ ਇਹੋ ਜਿਹੀਆਂ ਸਹੂਲਤਾਂ ਉਹ ਇਸ ਇਲਾਕੇ ਦੇ ਵਿੱਚੋਂ ਜਿਹੜੀਆਂ ਨੇ ਉਹ ਲੋਕਾਂ ਦੇ ਹੱਥੋਂ ਜਿਹੜੀਆਂ ਉਹ ਨਿਕਲ ਜਾਂਦੀਆਂ ਨੇ। ਬਾਕੀ ਅਸੀਂ ਜੋ ਵੀ ਆਪਣੇ ਇੱਕ ਸਰਵੇਖਣ ਦੇ ਅਨੁਸਾਰ ਮਾਨਾਵਾਲਾ ਹਸਪੀਟਲ ਦਾ ਜੋ ਵੀ ਇੱਕ ਸਰਵੇਖਣ ਕੀਤਾ ਵਾ, ਇਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜੋ ਵੀ ਸਹੂਲਤਾਂ ਸਰਕਾਰ ਵੱਲੋਂ ਆ ਰਹੀਆਂ ਨੇ ਉਹ ਉਹਨਾਂ ਨੂੰ ਪ੍ਰੋਪਰਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਐਸਐਮਓ ਸਾਹਿਬ ਵੱਲੋਂ ਮੰਗ ਵੀ ਕੀਤੀ ਗਈ ਹੈ ਵੀ ਇੱਥੇ ਜਿਹੜੇ ਇੱਕ ਜਾਂ ਬੱਚਿਆਂ ਦਾ ਡਾਕਟਰ ਹੈ ਜਾਂ ਐਨਸਥੀਸੀਆ ਹੈ ਜਾਂ ਗਾਇਨੋਕੋਲੋਜਿਸਟ ਹੈ, ਇਹਦੀ ਅਪਾਇੰਟਮੈਂਟ ਜਿਹੜੀ ਹੋਣੀ ਆ ਉਹ ਅਤੀ ਜ਼ਰੂਰੀ ਹੈ ਤਾਂ ਕਿ ਜੋ ਵੀ ਇੱਕ ਵੱਧ ਤੋਂ ਵੱਧ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਉਹ ਪ੍ਰੋਪਰਲੀ ਜਨਤਾ ਤੱਕ ਜਿਹੜੀਆਂ ਨੇ ਉਹ ਪਹੁੰਚ ਸਕਣ। ਅੰਮ੍ਰਿਤਸਰ ਮਾਨਾਵਾਲਾ ਤੋਂ ਜੋਗਾ ਸਿੰਘ ਦੀ ਖਾਸ ਰਿਪੋਰਟ।